ਸਾਰਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਮ ਵਿੱਚ ਜੈ ਮਸੀਹ ਕੀ। ਪ੍ਰਭੂ ਯੀਸ਼ੂ ਮਸੀਹ ਦਾ ਧੰਨਵਾਦ, ਉਹਨੇ ਸਾਨੂੰ ਫੇਰ ਅੱਜ ਮੌਕਾ ਦਿੱਤਾ ਹੈ ਕਿ ਅਸੀਂ ਤੁਹਾਡੇ ਸਾਹਮਣੇ ਪ੍ਰਭੂ ਦੇ ਵਚਨਾਂ ਵਿੱਚੋਂ ਲਿਆ ਸਕੀਏ। ਆਓ ਅਸੀਂ ਉਸ ਵਚਨ ਨੂੰ ਪੜ੍ਹਦੇ ਹਾਂ ਜਿਹੜਾ ਅਸੀਂ ਪੜ੍ਹਿਆ ਸੀਗਾ ਯਹੋਨਾ ਦੀ ਇੰਜੀਲ 17 ਬਾਬ, ਜਿੱਥੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਮੈਂ ਨਿਰਾ ਇਹਨਾਂ ਲਈ ਹੀ ਬੇਨਤੀ ਕਰਦਾ ਹਾਂ, ਸਾਰੇ ਜਗਤ ਲਈ ਨਹੀਂ। ਫਿਰ ਦੂਸਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨੇ ਕੀਤੀ ਹੈ 17 ਅਧਿਆਇ ਦੀ 20 ਆਇਤ ਵਿੱਚ, ਮੈਂ ਨਿਰਾ ਇਹਨਾਂ ਲਈ ਹੀ ਬੇਨਤੀ ਨਹੀਂ ਕਰਦਾ, ਮੈਂ ਉਹਨਾਂ ਲਈ ਵੀ ਬੇਨਤੀ ਕਰਦਾ ਹਾਂ ਜਿਹੜੇ ਇਹਨਾਂ ਦੇ ਵਚਨ ਦੇ ਨਾਲ ਮੇਰੇ ਉੱਤੇ ਵਿਸ਼ਵਾਸ ਲਿਆਉਣਗੇ। ਮੈਨੂੰ ਭਾਈ ਉਹ ਵਿਚਾਰਨ ਦੀ ਲੋੜ ਹੈ। ਅੱਜ ਬਹੁਤ ਸਾਰੇ ਸੇਵਾਦਾਰ ਨੇ, ਸੰਸਥਾਵਾਂ ਆ, ਚਰਚਾਂ ਆ, ਜਿਹੜੇ ਬਹੁਤ ਆਪਣੇ ਆਪ 'ਚ ਸਮਝਦਾਰ ਨੇ, ਗਿਆਨਵਾਨ ਨੇ, ਪਰ ਫਿਰ ਵੀ ਉਹ ਰਸੂਲਾਂ ਦੀ ਸਿੱਖਿਆ ਨੂੰ ਨਹੀਂ ਮੰਨਦੇ। ਫਿਰ ਵੀ ਉਹ ਰਸੂਲਾਂ ਦੇ ਵਚਨਾਂ ਨੂੰ ਮੰਨਦੇ ਨਹੀਂ। ਉਹ ਇਹ ਬੋਲਦੇ ਨੇ ਕਿ ਅਸੀਂ ਰਸੂਲਾਂ ਦੀ ਕਿਉਂ ਮੰਨੀਏ, ਯੀਸ਼ੂ ਮਸੀਹ ਵੱਡਾ ਹੈ, ਯੀਸ਼ੂ ਮਸੀਹ ਨੇ ਰਸੂਲਾਂ ਨੂੰ ਚੁਣਿਆ, ਅਸੀਂ ਰਸੂਲਾਂ ਦੀ ਕਿਉਂ ਸੁਣੀਏ, ਅਸੀਂ ਤਾਂ ਯੀਸ਼ੂ ਮਸੀਹ ਦੀ ਸੁਣਾਂਗੇ, ਅਸੀਂ ਤਾਂ ਯੀਸ਼ੂ ਮਸੀਹ ਨੂੰ ਮੰਨਾਂਗੇ, ਅਸੀਂ ਰਸੂਲਾਂ ਨੂੰ ਕਿਉਂ ਮੰਨੀਏ। ਪਰ ਭੈਣੋ ਭਾਈਓ, ਤੁਸੀਂ ਵਿਚਾਰ ਕਰੋ, ਯੀਸ਼ੂ ਮਸੀਹ ਦਾ ਜਨਮ ਹੋਇਆ, ਯੀਸ਼ੂ ਮਸੀਹ ਨੇ ਚਮਤਕਾਰ ਕੀਤੇ, ਯੀਸ਼ੂ ਮਸੀਹ ਮਰਿਆ, ਜੀ ਉੱਠਿਆ, ਸਵਰਗ 'ਚ ਚਲਾ ਗਿਆ। ਇਹ ਕਿਹਨੇ ਲਿਖਿਆ? ਇਹਨਾਂ ਨੂੰ ਪੇਸ਼ ਕਰਨ ਵਾਲੇ ਕੌਣ ਹੈ? ਲਿਖਿਆ ਤਾਂ ਚੇਲਿਆਂ ਨੇ, ਲਿਖਾਉਣ ਵਾਲਾ ਆਤਮਾ ਹੈ, ਪਰ ਲਿਖਿਆ ਤਾਂ ਚੇਲਿਆਂ ਦੇ ਦੁਆਰਾ। ਤਾਂ ਹੀ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਜਿਹੜੇ ਇਹਨਾਂ ਦੇ ਵਚਨ ਨਾਲ, ਯਾਨੀ ਕਿ ਉਹ ਯੀਸ਼ੂ ਮਸੀਹ ਕਹਿ ਚੁੱਕਿਆ ਸੀਗਾ ਕਿ ਤੁਸੀਂ ਜਗਤ ਵਿੱਚ ਮੇਰੇ ਗਵਾਹ ਹੋਵੋਗੇ। ਉੱਥੇ ਚੇਲਿਆਂ ਨੂੰ ਕਿਹਾ ਗਿਆ, ਤੁਸੀਂ ਦੁਨੀਆ ਦੇ ਸ਼ੋਰ ਤੱਕ ਮੇਰੇ ਗਵਾਹ ਠਹਿਰੋਗੇ। ਤਾਂ ਇਹਨਾਂ ਰਸੂਲਾਂ ਨੂੰ ਹੀ ਪ੍ਰਭੂ ਯੀਸ਼ੂ ਮਸੀਹ ਨੇ ਚੇਲੇ ਬਣਾਇਆ ਔਰ ਇਹਨਾਂ ਨੂੰ ਹੀ ਕਿਹਾ, ਲੂਕਾ 10 ਅਧਿਆਇ ਦੀ 16 ਵਿੱਚ ਲਿਖਿਆ, ਜਿਹੜਾ ਤੁਹਾਡੀ ਸੁਣਦਾ ਉਹ ਮੇਰੀ ਸੁਣਦਾ, ਜਿਹੜਾ ਤੁਹਾਨੂੰ ਤੁੱਛ ਜਾਣਦਾ ਆ ਉਹ ਮੈਨੂੰ ਤੁੱਛ ਜਾਣਦਾ ਆ। ਜਿੰਨੇ ਤੁਹਾਡੀ ਸੁਣੀ ਉਹਨੇ ਮੇਰੀ ਸੁਣੀ, ਜਿੰਨੇ ਮੇਰੀ ਸੁਣੀ ਉਹਨੇ ਮੇਰੇ ਭੇਜਣ ਵਾਲੇ ਦੀ ਸੁਣੀ। ਹੁਣ ਪ੍ਰਭੂ ਯੀਸ਼ੂ ਮਸੀਹ ਨੇ ਸਾਰਾ ਅਧਿਕਾਰ ਕਿਹਨਾਂ ਨੂੰ ਦੇ ਦਿੱਤਾ? ਇੱਥੇ ਉਹਨੇ ਆਪਣੀ ਸਵਰਗ ਦੀ ਮਹਿਮਾ ਔਰ ਸੰਗਤ ਜਿਹੜੀ ਪਿਤਾ ਦੇ ਨਾਲ ਸੀਗੀ, ਉਹਨੇ ਚੇਲਿਆਂ ਦੇ ਨਾਲ ਪ੍ਰਗਟ ਕੀਤੀ ਔਰ ਉਸਨੇ ਆਪਣੀ ਵਡਿਆਈ ਜਿੰਨੀ ਵੀ ਸੀਗੀ ਸਾਰੀ ਚੇਲਿਆਂ ਨੂੰ ਸੌਂਪ ਦਿੱਤੀ। ਔਰ ਜਦੋਂ ਚੇਲਿਆਂ ਨੂੰ ਪਵਿੱਤਰ ਆਤਮਾ ਮਿਲਿਆ, ਉਹਨਾਂ ਨੇ ਲਾੜੀ ਨੂੰ ਸੌਂਪ ਦਿੱਤੀ। ਹੁਣ ਵਿਚਾਰਨ ਦੀ ਲੋੜ ਹੈ ਕਿ ਅਸੀਂ ਕਿਹਦੀ ਸੁਣੀਏ। ਯਿਸੂ ਨੇ ਕਿਹਾ, ਜਿਹੜਾ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ। ਇਸ ਦਾ ਮਤਲਬ ਹੈ ਜਿਹੜਾ ਚੇਲਿਆਂ ਦੀ ਨਹੀਂ ਸੁਣਦਾ ਉਹ ਯਿਸੂ ਦੀ ਨਹੀਂ ਸੁਣਦਾ, ਤੇ ਜਿਹੜਾ ਯਿਸੂ ਦੀ ਨਹੀਂ ਸੁਣਦਾ ਉਹ ਪਿਤਾ ਦੀ ਵੀ ਨਹੀਂ ਸੁਣਦਾ। ਜਿਨਨੇ ਯਿਸੂ ਦੀ ਸੁਣੀ ਉਹਨੇ ਪਿਤਾ ਦੀ ਵੀ ਸੁਣੀ। ਹੁਣ ਬਹੁਤ ਜ਼ਰੂਰੀ ਹੈ ਕਿ ਅਸੀਂ ਚੇਲਿਆਂ ਦੀ ਸੁਣੀਏ, ਕਿਉਂਕਿ ਨਵਾਂ ਨੇਮ ਰਸੂਲਾਂ ਨੇ ਲਿਖਿਆ ਹੈ। ਸੋ ਆਓ ਅਸੀਂ ਵਚਨਾਂ ਦੇ ਵਿੱਚੋਂ ਕੀ ਵੱਧਦੇ ਹਾਂ। ਬਹੁਤ ਜ਼ਰੂਰਤ ਹੈ। ਜੇ ਯੀਸ਼ੂ ਮਸੀਹ ਨੇ ਕਿਹਾ ਹੈ ਲੂਕਾ ਦੀ ਇੰਜੀਲ 10 ਬਾਬ ਉਹਦੀ 16 ਵਿੱਚ, ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ, ਅਤੇ ਜੋ ਕੋਈ ਤੁਹਾਨੂੰ ਰੱਦ ਕਰਦਾ ਹੈ ਉਹ ਮੈਨੂੰ ਰੱਦ ਕਰਦਾ ਹੈ। ਤੇ ਜੇ ਭੈਣੋ ਭਾਈਓ, ਅੱਜ ਦੇ ਤੁਹਾਡੇ ਅਪੋਸਟਲ ਪਾਸ ਜੇ ਰਸੂਲਾਂ ਨੂੰ ਰੱਦਦੇ ਆ ਤੇ ਸਮਝ ਲਓ ਕਿ ਯੀਸ਼ੂ ਮਸੀਹ ਨੂੰ ਰੱਦਦੇ ਆ। ਜੇ ਉਹ ਰਸੂਲਾਂ ਦੀ ਸਿੱਖਿਆ ਨੂੰ, ਇਹਨਾਂ ਵਚਨਾਂ ਨੂੰ ਲੈਂਦੇ ਨੇ ਤਾਂ ਠੀਕ, ਉਹ ਯੀਸ਼ੂ ਮਸੀਹ ਦੀ ਸਿੱਖਿਆ ਨੂੰ ਲੈਂਦੇ ਨੇ। ਅੱਜ ਬਹੁਤ ਇਹੀ ਸੋਚਣ ਵਾਲੀ ਗੱਲ ਹੈ ਕਿ ਬਾਈਬਲਾਂ ਸਾਰਿਆਂ ਕੋਲ ਹੈ, ਚਰਚਾਂ ਸਾਰਿਆਂ ਦੀਆਂ ਹੈਗੀਆਂ, ਪਾਸਟਰ ਸਾਰੇ ਨੇ, ਵਿਸ਼ਵਾਸੀ ਸਾਰੇ ਨੇ, ਪਰ ਫਿਰ ਵੀ ਯੀਸ਼ੂ ਮਸੀਹ ਨੂੰ ਤੇ ਰਸੂਲਾਂ ਨੂੰ ਨਹੀਂ ਮੰਨਣ ਦੇ। ਉਹ ਕਹਿੰਦੇ ਕਿ ਅਸੀਂ ਨਹੀਂ ਮੰਨਦੇ ਇਹਨਾਂ ਨੂੰ। ਤੇ ਯੀਸ਼ੂ ਮਸੀਹ ਨੇ ਸਾਫ਼-ਸਾਫ਼ ਹੀ ਬੋਲਿਆ ਹੈ, ਜਿਹੜਾ ਤੁਹਾਡੀ ਸੁਣਦਾ ਉਹ ਮੇਰੀ ਸੁਣਦਾ, ਤੇ ਜਿਹੜਾ ਤੁਹਾਨੂੰ ਰੱਦ ਕਰ ਦਿੰਦਾ ਮੈਨੂੰ ਰੱਦ ਕਰ ਦਿੰਦਾ। ਤੁਸੀਂ ਭੈਣੋ ਭਾਈਓ, ਤੁਸੀਂ ਵਿਸ਼ਵਾਸੀ ਹੋ, ਪੜ੍ਹਨ ਵਾਲੇ ਹੋ, ਵਚਨਾਂ ਨੂੰ ਜਾਣਨ ਵਾਲੇ ਹੋ। ਇਹ ਕਿਸੇ ਅੱਜ ਦੇ ਬਾਹਰ ਦੇ ਅਪੋਸਟਲ ਜਾਂ ਸੇਵਾਦਾਰ ਦੇ ਵਾਸਤੇ ਨਹੀਂ ਬੋਲਿਆ, ਇਹ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਰਸੂਲਾਂ ਦੇ ਬਾਰੇ ਬੋਲਿਆ ਆ। ਤੇ ਜਿਹੜਾ ਇਹਨਾਂ ਰਸੂਲਾਂ ਦੀ ਸੁਣੇਗਾ ਤਾਂ ਯੀਸ਼ੂ ਕਹਿੰਦਾ ਉਹ ਮੇਰੀ ਸੁਣੇਗਾ।
अगे लिखता है जिहड़ा तुहानू रद्द करता है वो मैनू रद्द करता है, और जो कोई मैनू रद्द करता है मेरे भेजण वाले नू भी रद्द करता है। बहुत जरूरी है कि असी प्रभु यीशु मसीह के इस वचन नू मन्नीए जिहड़ा प्रभु यीशु मसीह ने यूहन्ना 17 ਉਹਦੀ 20 ਵਿੱਚ बोलिया है। उसने कहा मैं निरा इन्हां लई ही बेनती नहीं करता पर उन्हां लई भी ਜਿਹੜੇ इन्हां दे यानी कि रसूलां दे वचन दे नाल मेरे उत्ते निश्चय करनगे जो ਉਹ सब एक होण जिस तरह हे पिता तू मेरे विच और मैं तेरे विच ਅਤੇ जो ਉਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੈਂ ਮੈਨੂੰ ਘੱਲਿਆ। ਇਹ ਗੱਲ ਰਸੂਲਾਂ ਵਾਸਤੇ ਨਹੀਂ ਹੈ, ਇਹ ਗੱਲ ਹੈਗੀ ਉਹਦੀ ਲਾੜੀ ਵਾਸਤੇ। ਅਸੀਂ ਉਹਦੇ ਵਿੱਚ ਹੋਣਾ ਹੈ। ਹੁਣ ਇਹੀ ਗੱਲ यूहन्ना रसूल ਕਹਿੰਦਾ ਹੈ ਆਪਣੀ ਪੱਤਰੀ ਵਿੱਚ। ਆਓ ਪੜਾਂਗੇ ਅਸੀਂ यूहन्ना ਦੀ ਪਹਿਲੀ ਪੱਤਰੀ ਉਹਦਾ 4 ਅਧਿਆਏ ਕਹਿੰਦਾ ਹੈ हे प्यारिओ हरेक आत्मा की प्रतीत ना कर लवो सगों आत्मियां नू परखो भई वो परमेश्वर तो हन के नहीं, क्यों जो बाले झूठे नबी संसार विच निकल आए हैं। ये यूहन्ना रसूल है, यूहन्ना रसूल है। और यूहन्ना रसूल इन्नी गल कह रहा है कि हे प्यारिओ आत्मियां नू परखो कि वो आत्मे परमेश्वर तो हन कि नहीं। किद्दां पहचान करोगे? अगे उन्हें दसिया आ भी किद्दां तुसीं पहचान करोगे ए आत्मा परमेश्वर दे वल्लों है। भावें इहदे मूँह चों अग निकलदी है, भावें हथ रखण तो बगैर ही रोगी चंगे हो जांदे ने। ये सामने आउंदा मरीज दे ते मरीज चंगे हो जांदे ने। ये दुष्ट आत्मा दे सामने आउंदा है ते दुष्ट आत्मा भज जांदियां ने। यूहन्ना रसूल कहंदा है कि तुसीं आत्मियां नूं परखो भई ये आत्मा खुदा दे वल्लों है या नहीं है। परखण दा तरीका उन्हें दिता है। किसी नूं भी मापन दे लई कोई मापदंड है। असीं अपनी शक्ल वेखनी है तो सानूं शीशे 'च वेखनी पेगी। अगर आत्मा दी कोई परख करनी है तो सानूं वचन देखना पवेगा। साडे लई बाइबल है वो वचन, जिवें सुनियार कोल कसवट्टी हुंदी है वो परख लैंदा है सोना है खरा है किदां दा है। और इत्थे यूहन्ना रसूल कहंदा है बाले झूठे नबी संसार विच निकलो। बहुत सारे लोग सानू कहंदे ने तुसी झूठे हो, बहुत सारे असी कहने कि तुसी झूठे हो। सच और झूठ नूं परखण दे लई ये पवित्र वचन है। हुण परखिया जाएगा कि कौन झूठा है और कौन सच्चा है। स्पष्टली पता लग जाएगा पढ़ते हैं असी वचन चों। इस तो तुसी परमेश्वर दे आत्मा नूं जान लवोगे कि हरेक आत्मा जिहड़ा मन लैंदा है भई यसू मसीह देहधारी हो के आया सो परमेश्वर तो है। इस आयत नूं तुसी बार बार पढ़ना, बार बार पढ़ियो। यूहन्ना रसूल ने आख्या हरेक आत्मा जिहड़ा मन लैंदा है भई यसू मसीह देहधारी हो के आया। बहुत सारे लोग ने जड़े ये कहते ने, बाइबल भी इदां ही कहती है वचन देहधारी होया। तो सारे लोग कहते असीं मानते हैं कि यसू देहधारी होया। पर भैनों भाईओ ऐ ध्यान रखियो भी तुसी उस यसू नूं देहधारी हो के आए नूं नहीं मानते जिहड़ा पहला स्वर्ग विच सीगा। यसू पहला ही स्वर्ग विच सीगा और उस यसू ने दे लई है। जिवें मरियम नूं उहने कहा फरिश्ते ने आण के भई ओहदा नाम तू यसू रखी। ताई ते यसू ने कहा मैनू नाम मेरे पिता ने दिता है, मेरा अपना नाम नहीं है, ए नाम मेरे पिता दा है। इहदा मतलब स्वर्ग विच कौन सीगा पहला? यसू। आकाश दे थल्ले मनुखां विच इक्को ही नाम दिता गया है, वो है यीशु नाम। तो खुदा ने कहा आकाश मेरे बैठने का सिंहासन, धरती मेरे पैर रखने की चौकी। गॉड इज वन, खुदा एक है। हालेलुया। और देखा जाए तो इस चीज नूं लोग समझ नहीं पा रहे कि ये यसू जिहड़ा देहधारी होया ये पहला कित्थे सीगा। भगती का भेद वड्डा है कि वो देह विच प्रगट होया। बहुत जरूरी है भैणों भाईओ देखण दी। इस नूं तुसीं बार बार पढ़ियो ते जे नहीं पता लगेगा तो तुसीं पुछ सकदे हो। अते हरेक आत्मा जिहड़ा
ਯਸੂ ਨੂੰ ਨਹੀਂ ਮੰਨਦਾ ਸੋ ਪਰਮੇਸ਼ਵਰ ਤੋਂ ਨਹੀਂ। ਜਿਹੜਾ ਯਸੂ ਨੂੰ ਦੇਹਧਾਰੀ ਹੋ ਕੇ ਨਹੀਂ ਮੰਨਦਾ ਉਹ ਪਰਮੇਸ਼ਵਰ ਤੋਂ ਨਹੀਂ ਹੈ। ਲਿਖਿਆ ਹੈ ਅਤੇ ਇਹੋ ਮਸੀਹ ਦੇ ਵਿਰੋਧੀ ਦਾ ਆਤਮਾ ਹੈ। ਅਸੀਂ ਮੰਨਦੇ ਹਾਂ ਕਿ ਉਹ ਜਿਹੜਾ ਇਸ ਧਰਤੀ ਤੇ ਯਿਸੂ ਆਇਆ ਉਹ ਪਹਿਲਾਂ ਸਵਰਗ ਵਿੱਚ ਸੀਗਾ ਔਰ ਉਸ ਦਾ ਨਾਮ ਵੀ ਪਹਿਲਾਂ ਸਵਰਗ ਵਿੱਚ ਸੀਗਾ ਔਰ ਉਹਦਾ ਨਾਮ ਸਵਰਗੋਂ ਆਇਆ ਤੇ ਇਹੀ ਯਿਸੂ ਹੈ ਜਿਹੜਾ ਸਵਰਗ ਵਿੱਚ ਰਹਿੰਦਾ ਸੀਗਾ। ਅੱਜ ਬਹੁਤ ਸਾਰੇ ਲੋਕ ਨੇ ਕਹਿੰਦੇ ਆ ਕਿ ਪਿਤਾ ਸਵਰਗ ਵਿੱਚ ਹੈ, ਪੁੱਤਰ ਧਰਤੀ ਤੇ ਹੈ ਔਰ ਪਵਿੱਤਰ ਆਤਮਾ ਉਤਰ ਕੇ ਆਇਆ। ਇਸ ਵਿਸ਼ੇ ਤੇ ਅਸੀਂ ਗੱਲ ਬਾਅਦ ਵਿੱਚ ਕਰਾਂਗੇ ਕਿ ਇਹ ਕੀ ਹੈ, ਟ੍ਰਿਨਿਟੀ ਕੀ ਹੈਗੀ ਹੈ। ਲਿਖਿਆ ਕਿ ਜਿਹੜਾ ਤੁਸਾਂ ਸੁਣਿਆ ਭਈ ਉਹ ਆਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ। हे ਬੱਚਿਓ ਤੁਸੀਂ ਤਾਂ ਪਰਮੇਸ਼ਵਰ ਤੋਂ ਹੋ। ਯੋਨਾ ਕਹਿੰਦਾ ਤੁਸੀਂ ਤਾਂ ਪਰਮੇਸ਼ਵਰ ਤੋਂ ਹੋ ਅਤੇ ਉਹਨਾਂ ਨੂੰ ਜਿੱਤ ਲਿਆ ਹੈ ਕਿਉਂ ਜੋ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ। ਜਿਹੜਾ ਸਾਡੇ ਅੰਦਰ ਹੈ, ਇਹ ਜਿਹੜਾ ਅੰਦਰ ਹੈ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ। ਸੰਸਾਰ ਵਿੱਚ ਹੈ ਝੂਠਾ, ਸੰਸਾਰ ਵਿੱਚ ਹੈ ਝੂਠ ਔਰ ਇਸ ਝੂਠੇ ਨਾਲੋਂ ਜਿਹੜਾ ਸਾਡੇ ਅੰਦਰ ਮਸੀਹ ਹੈ ਉਹ ਵੱਡਾ ਹੈ। ਅੱਗੇ ਗੱਲ ਕਲੀਅਰ ਕਰਦਾ ਹੈ ਕਿ ਤੁਸੀਂ ਪਹਿਚਾਨ ਲਵੋਗੇ ਕਿ ਪਰਮੇਸ਼ਵਰ ਦਾ ਆਤਮਾ ਕੌਣ ਹੈ ਤੇ ਵਿਰੋਧੀ ਦਾ ਆਤਮਾ ਕੌਣ ਹੈ। ਇਸ ਐਤ ਨੂੰ ਤੁਸੀਂ ਬੜੇ ਧਿਆਨ ਨਾਲ ਸੁਣਿਓ। ਉਹ ਸੰਸਾਰ ਤੋਂ ਹਨ ਅਤੇ ਇਸ ਕਰਕੇ ਸੰਸਾਰ ਤੋਂ ਬੋਲਦੇ ਹਨ। ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰ ਤੋਂ ਬੋਲਦੇ ਹਨ ਅਤੇ ਸੰਸਾਰ ਉਹਨਾਂ ਦੀ ਸੁਣਦਾ ਹੈ। ਭੈਣੋ ਭਾਈ ਉਹ ਝੂਠਾ ਜਿਹੜਾ ਹੈ, ਝੂਠ ਜਿਹੜੇ ਹੈ, ਝੂਠੇ ਨਬੀ ਜਿਹੜੇ ਨੇ ਉਹ ਸੰਸਾਰ ਤੋਂ ਹੈ ਤੇ ਉਹ ਸੰਸਾਰ ਦੀਆਂ ਗੱਲਾਂ ਬੋਲਦੇ ਨੇ, ਸਰੀਰ ਉੱਤੇ ਬੋਲਦੇ ਨੇ, ਸਰੀਰਕਤਾ ਦੇ ਉੱਤੇ ਬੋਲਦੇ ਨੇ। ਉਹ ਜੋ ਵੀ ਗੱਲ ਕਰਨਗੇ ਸੰਸਾਰ ਦੀ ਉਹੀ ਕਰਨਗੇ। ਬਾਈਬਲ ਵਿੱਚ ਕਦੇ ਕਿਤੇ ਨਹੀਂ ਲਿਖਿਆ ਹੈਗਾ ਕਿ ਵੱਡਾ ਦਿਨ ਮਨਾਉਣਾ ਚਾਹੀਦਾ। ਬਾਈਬਲ ਵਿੱਚ ਕਦੇ ਕਿਤੇ ਨਹੀਂ ਲਿਖਿਆ ਹੈਗਾ ਕਿ ਗੁੱਡ ਫਰਾਈਡੇ ਮਨਾਉਣਾ ਚਾਹੀਦਾ। ਬਾਈਬਲ ਵਿੱਚ ਕਦੇ ਕਿਤੇ ਨਹੀਂ ਲਿਖਿਆ ਹੈਗਾ ਕਿ ਈਸਟਰ ਮਨਾਉਣੀ ਚਾਹੀਦੀ ਹੈ। ਅਗਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਤੇ ਬਾਈਬਲ ਵਿੱਚ ਲਿਖੀਆਂ ਜਾਂਦੀਆਂ, ਬਾਈਬਲ ਵਿੱਚ ਪਾਈਆਂ ਜਾਂਦੀਆਂ। ਮਾਂ ਮਰੀਅਮ ਆਪਣੇ ਬੇਟੇ ਦਾ ਪਹਿਲਾ ਬਰਥਡੇ ਮਨਾਉਂਦੀ, ਉਹਦਾ ਮਰਨ ਦਿਨ ਮਨਾਉਂਦੀ, ਉਹਦਾ ਜੀ ਉੱਠਣਾ ਮਨਾਉਂਦੀ। ਨਾ ਹੀ ਰਸੂਲਾਂ ਨੇ ਮਨਾਇਆ ਤੇ ਨਾ ਹੀ ਮਰੀਅਮ ਨੇ ਮਨਾਇਆ। ਕੀ ਪੜ੍ਹਦੇ ਹੋ ਤੁਸੀਂ? ਭੈਣੋ ਭਾਈਓ ਧਿਆਨ ਦਿਓ ਵਚਨਾਂ ਤੇ। ਵਚਨ ਕੀ ਕਹਿੰਦਾ ਹੈ? ਇਹ ਯਹੂਨਾ ਰਸੂਲ ਹੈਗਾ ਜਿਨੇ ਯਹੂਨਾ ਦੀ ਪੱਤਰੀ, ਯਹੂਨਾ ਦੀ ਅੰਜੀਲ ਔਰ ਪ੍ਰਕਾਸ਼ ਦੀ ਪੋਥੀ ਲਿਖੀ ਹੈ। ਸਭ ਸੁਣਨ। ਉਹਨੇ ਕਿਹਾ ਕਿ ਜਿਹੜੇ ਸੰਸਾਰ ਤੋਂ ਹੈ ਉਹ ਸੰਸਾਰ ਤੋਂ ਬੋਲਦੇ ਨੇ ਤੇ ਸੰਸਾਰ ਉਹਨਾਂ ਦੀ ਸੁਣਦਾ। ਹੁਣ ਸੰਸਾਰ ਕਿੱਦਾਂ ਸੁਣਦਾ ਹੈ? ਉਹ ਲੋਕ ਕਹਿੰਦੇ ਨੇ ਕਿ ਵੱਡਾ ਦਿਨ ਮਨਾਓ, ਗੁੱਡ ਫਰਾਈਡੇ ਮਨਾਓ, ਈਸਟਰ ਮਨਾਓ। ਇਹ ਤਾਂ 1700-1800 ਸਾਲ ਪਹਿਲਾਂ ਤੋਂ ਹੀ ਸਾਡੇ ਵੱਡ ਵਡੇਰੇ ਬਜ਼ੁਰਗ ਵੀ ਮਨਾਉਂਦੇ ਆਏ ਨੇ। ਅੱਜ ਇਹ ਮੁੰਡੇ ਖੁੰਡੇ ਖੜੇ ਹੋਏ ਨੇ, ਇਹ ਕਹਿੰਦੇ ਕਿ ਨਹੀਂ ਹੈਗਾ ਬਾਈਬਲ 'ਚ। ਤੇ ਸੱਚ ਹੈਗਾ ਇਹ ਕਿ ਨਹੀਂ ਹੈਗਾ ਬਾਈਬਲ 'ਚ। ਪਰ ਭੈਣੋ ਭਾਈਓ ਇਹ ਸੰਸਾਰ ਹੈ ਤੇ ਸੰਸਾਰ ਤੋਂ ਬੋਲਦੇ ਨੇ ਤੇ ਸੰਸਾਰ ਉਹਨਾਂ ਦੀ ਸੁਣਦਾ ਹੈ। ਅਸੀਂ ਪਰਮੇਸ਼ਵਰ ਤੋਂ ਹਾਂ। ਯੂਹੰਨਾ ਰਸੂਲ ਕਹਿੰਦਾ ਹੈ ਅਸੀਂ ਪਰਮੇਸ਼ਵਰ ਤੋਂ ਹਾਂ। ਜਿਹੜਾ ਪਰਮੇਸ਼ਵਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ। ਯਿਸੂ ਨੇ ਕਿਹਾ ਜਿਹੜਾ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ। ਤੇ ਬਹੁਤ ਸਾਰੇ ਸੇਵਕ ਨੇ, ਅਪੋਸਟਲ ਨੇ, ਰਸੂਲ ਨੇ, ਜਿੰਨੇ ਵੀ ਜੋ ਕੁਝ ਵੀ ਹੈਗੇ ਨੇ ਉਹ ਕਹਿੰਦੇ ਕਿ ਅਸੀਂ ਰਸੂਲਾਂ ਦੀ ਨਹੀਂ ਸੁਣਨੀ, ਅਸੀਂ ਰਸੂਲਾਂ ਨੂੰ ਨਹੀਂ ਮੰਨਣਾ, ਅਸੀਂ ਯਿਸੂ ਮਸੀਹ ਨੂੰ ਮੰਨਣਾ ਹੈ ਕਿਉਂਕਿ ਯਿਸੂ ਮਸੀਹ ਵੱਡਾ ਹੈ, ਰਸੂਲ ਛੋਟੇ ਨੇ। ਤੇ ਯਿਸੂ ਮਸੀਹ ਨੇ ਕਿਹਾ ਜੋ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ। ਤੇ ਯਹੂਨਾ ਰਸੂਲ ਨੇ ਕਹਿਤਾ ਜਿਹੜਾ ਪਰਮੇਸ਼ਵਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ। ਭੈਣ ਭਾਈਓ ਜੇ ਤੁਸੀਂ ਪਰਮੇਸ਼ਵਰ ਨੂੰ ਜਾਣਦੇ ਹੋ ਤਾਂ ਠੀਕ ਪਰਮੇਸ਼ਵਰ ਦੀ ਸੁਣ ਲਵੋਗੇ। ਜੇ ਤੁਸੀਂ ਰਸੂਲਾਂ ਤੇ ਪਰਮੇਸ਼ਵਰ ਦੀ ਕਿਹਦੇ ਦੁਆਰਾ ਸੁਣੋਗੇ? ਰਸੂਲਾਂ ਦੇ ਦੁਆਰਾ। ਉਹਨੇ ਕਿਹਾ ਜਿਹੜਾ ਪਰਮੇਸ਼ਵਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ ਤੇ ਜੋ ਕੋਈ ਪਰਮੇਸ਼ਵਰ ਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ। ਜਿਹੜਾ ਪਰਮੇਸ਼ਵਰ ਤੋਂ ਨਹੀਂ ਜੰਮਿਆ ਉਹ ਰਸੂਲਾਂ ਦੀ ਕਦੇ ਵੀ ਸੁਣੇਗਾ ਨਹੀਂ। ਤਾਂ ਬਹੁਤ ਜ਼ਰੂਰੀ ਹੈ। ਦੇਖੋ 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 ਵਚਨ ਸਾਫ਼-ਸਾਫ਼ ਬੋਲਦਾ ਹੈ। ਵਚਨ ਸਾਫ਼-ਸਾਫ਼ ਬੋਲਣ ਡਿਆ ਹੈ ਜਿਹੜਾ ਸਾਡੀ ਸੁਣਦਾ ਹੈ ਉਹ ਪਰਮੇਸ਼ਵਰ ਨੂੰ ਜਾਣਦਾ ਹੈ
ਤੇ ਜਿਹੜਾ ਸਾਡੀ ਨਹੀਂ ਸੁਣਦਾ ਉਹ ਪਰਮੇਸ਼ਵਰ ਤੋਂ ਜੰਮਿਆ ਵੀ ਨਹੀਂ ਹੈ। ਉਹ ਸਾਡੀ ਨਹੀਂ ਸੁਣਦਾ, ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ। ਇਸ ਤੋਂ ਤੁਸੀਂ ਸੱਚਾਈ ਦਾ ਆਤਮਾ ਅਤੇ ਬਦਰਾਹੀ ਦੇ ਆਤਮਾ ਨੂੰ ਜਾਣ ਲੈਂਦੇ ਹੋ ਕਿ ਉਹ ਕਿਹਦੇ ਤੋਂ ਹੈ, ਉਹ ਝੂਠਾ ਹੈ ਜਾਂ ਸੱਚਾ ਹੈ। ਭੈਣੋ ਭਾਈਓ, ਰਸੂਲਾਂ ਦੇ ਦੁਆਰਾ ਹੀ ਸਾਨੂੰ ਪਤਾ ਲੱਗਣ ਡਿਆ ਕਿ ਯਿਸੂ ਜੰਮਿਆ, ਯਿਸੂ ਨੇ ਅਚੰਭੇ ਅਚਰਜ ਕੰਮ ਕੀਤੇ, ਯਿਸੂ ਮਰ ਗਿਆ, ਤੀਸਰੇ ਦਿਨ ਜ਼ਿੰਦਾ ਹੋਇਆ, ਸਵਰਗ 'ਚ ਚਲਾ ਗਿਆ, ਫਿਰ ਉਹ ਆਵੇਗਾ। ਕਿਹਨਾਂ ਦੇ ਦੁਆਰਾ? ਰਸੂਲਾਂ ਦੇ ਦੁਆਰਾ। ਇੰਡੀਆ ਦੇ ਵਿੱਚ ਵਚਨ ਆਇਆ ਕਿਹਦੇ ਦੁਆਰਾ? ਥੋਮਸ ਦੇ ਦੁਆਰਾ। ਰਸੂਲ ਹੈ ਉਹ, ਉਹਨੇ ਹੀ ਆਣ ਕੇ ਦੱਸਿਆ ਹੈ। ਥੋਮੇ ਨੇ ਉਂਗਲੀਆਂ ਪਾ ਕੇ ਵੇਖੀਆਂ, ਮੈਂ ਯਕੀਨ ਨਹੀਂ ਕਰਦਾ ਕਿ ਯਿਸੂ ਜੀ ਉੱਠਿਆ ਹੈ। ਬਹੁਤ ਸਾਰੇ ਇਹੋ ਜਿਹੇ ਵਿਸ਼ਵਾਸੀ ਹੈ ਜਿਹੜੇ ਪਹਿਲਾਂ ਉਂਗਲਾਂ ਪਾ ਕੇ ਵੇਖਦੇ ਨੇ। ਭੈਣੋ ਭਾਈਓ, ਉਂਗਲਾਂ ਪਾ ਲਵੋ, ਚੈੱਕ ਕਰ ਲਵੋ ਤੇ ਫਿਰ ਥੋਮੇ ਵਰਗੇ ਬਣ ਜਾਵੋ। ਜਦੋਂ ਉਹਨੇ ਵੇਖ ਲਿਆ ਤੇ ਫਿਰ ਛੱਡਿਆ ਨਹੀਂ ਉਹਨੇ। ਪਰਖੋ, ਇਸ ਵਚਨ ਨੂੰ ਪਰਖੋ ਵੀ ਤੁਸੀਂ ਕਿਧਰੋਂ ਜੇ, ਖੁਦਾ ਦੇ ਆਤਮਾ ਤੋਂ ਜਾਂ ਦੁਸ਼ਟ ਦੇ ਆਤਮਾ ਤੋਂ। ਜੇ ਤਾਂ ਤੁਸੀਂ ਰਸੂਲਾਂ ਦੀ ਸੁਣਦੇ ਹੋ ਤਾਂ ਠੀਕ, ਤੁਸੀਂ ਪਰਮੇਸ਼ਵਰ ਦੇ ਆਤਮਾ ਤੋਂ। ਜੇ ਤੁਸੀਂ ਰਸੂਲਾਂ ਦੀ ਨਹੀਂ ਸੁਣਦੇ ਤਾਂ ਪਰਮੇਸ਼ਵਰ ਦੇ ਆਤਮਾ ਤੋਂ ਨਹੀਂ ਹੈ, ਬਦਰਾਈ ਦੀ ਆਤਮਾ ਤੋਂ। ਇਹਨੇ ਸਪਸ਼ਟ ਕਹਿ ਦਿੱਤਾ ਹੈ, ਸਾਫ਼ ਯੋਹਨਾ ਨੇ ਨਹੀਂ ਕਹਿ ਦਿੱਤਾ, ਯਿਸੂ ਮਸੀਹ ਨੇ ਕਿਹਾ ਜਿਹੜਾ ਤੁਹਾਡੀ ਸੁਣਦਾ ਉਹ ਮੇਰੀ ਸੁਣਦਾ। ਤਾਂ ਹੀ ਤਾਂ ਯਿਸੂ ਮਸੀਹ ਨੇ ਯੋਹਨਾ 17:20 ਵਿੱਚ ਕਿਹਾ, ਜਿਹੜੇ ਇਹਨਾਂ ਦੇ ਦੁਆਰਾ ਮੇਰੇ ਤੇ ਵਿਸ਼ਵਾਸ ਲਿਆਉਣਗੇ, ਮੈਂ ਉਹਨਾਂ ਲਈ ਵੀ ਦੁਆ ਕਰਦਾ। ਧਿਆਨ ਰੱਖੋ ਕਿ ਕਿਹੜੇ ਲੋਕ ਨੇ ਜਿਨ੍ਹਾਂ ਦੇ ਲਈ ਯਿਸੂ ਮਸੀਹ ਨੇ ਦੁਆ ਕੀਤੀ। ਉਹੀ ਲੋਕ ਨੇ ਜਿਨ੍ਹਾਂ ਨੇ ਰਸੂਲਾਂ ਦੇ ਵਚਨਾਂ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਰਸੂਲਾਂ ਦੇ ਵਚਨਾਂ ਨੂੰ ਕਬੂਲ ਕੀਤਾ, ਜਿਨ੍ਹਾਂ ਨੇ ਰਸੂਲਾਂ ਦੀ ਸਿੱਖਿਆ ਨੂੰ ਲੈ ਕੇ ਅੱਗੇ ਚੱਲੇ ਨੇ। ਜਿਵੇਂ ਰਸੂਲਾਂ ਦਾ ਬਪਤਿਸਮਾ ਹੋਇਆ ਉਸੇ ਤਰ੍ਹਾਂ ਆਪ ਲਿਆਇਆ, ਜਿੱਦਾਂ ਰਸੂਲਾਂ ਨੇ ਦਿੱਤੇ ਉਸੇ ਤਰ੍ਹਾਂ ਹੀ ਦੇ ਰਹੇ ਨੇ। ਤੇ ਜੇ ਅੱਜ ਕੋਈ ਦੂਸਰੇ ਤਰੀਕੇ ਨਾਲ ਬਪਤਿਸਮਾ ਦੇ ਰਿਹਾ ਹੈ, ਸਿਰਫ ਪਿਤਾ ਪੁੱਤਰ ਪਵਿੱਤਰ ਆਤਮਾ ਕਹਿ ਕੇ ਹੀ ਬਪਤਿਸਮਾ ਦੇ ਰਿਹਾ ਹੈ, ਤਾਂ ਉਹ ਰਸੂਲਾਂ ਦੀ ਸਿੱਖਿਆ ਨੂੰ ਨਾ ਸੁਣਦਾ ਨਾ ਮੰਨਦਾ। ਇਹ ਟਾਈਟਲ ਹੈ। ਪਿਤਾ ਇੱਕ ਟਾਈਟਲ ਹੈ, ਪੁੱਤਰ ਇੱਕ ਟਾਈਟਲ ਹੈ, ਆਤਮਾ ਇੱਕ ਟਾਈਟਲ ਹੈ। ਟਾਈਟਲ ਵਿੱਚ ਬਪਤਿਸਮਾ ਨਹੀਂ ਲੈਣਾ। ਜਿਵੇਂ ਸਾਨੂੰ ਛੋਟੇ ਹੁੰਦੇ ਸੀਗੇ, ਸਾਨੂੰ ਟੀਚਰ ਕਹਿੰਦੇ ਸੀਗੇ ਫਲੋਂ ਕੇ ਨਾਮ ਲਿਖੋ, ਤੇ ਅਸੀਂ ਉੱਥੇ ਫਲਾਂ ਦੇ ਨਾਮ ਲਿਖਣੇ ਹੁੰਦੇ ਸੀਗੇ। ਹੈਡਿੰਗ ਨਹੀਂ ਲਿਖਣੀ ਹੁੰਦੀ ਕਿ ਫਲੋਂ ਕੇ ਨਾਮ ਲਿਖੋ, ਫਲੋਂ ਕੇ ਨਾਮ ਲਿਖੋ, ਫਲੋਂ ਕੇ ਨਾਮ ਲਿਖੋ। ਨਹੀਂ, ਸਾਨੂੰ ਫਲਾਂ ਦੇ ਨਾਮ ਲਿਖਣੇ ਪੈਂਦੇ ਆ। ਇਹ ਸੇਬ ਹੈ, ਇਹ ਕੇਲਾ ਹੈ, ਇਹ ਅੰਗੂਰ ਹੈ, ਇਹ ਸੰਤਰਾ ਹੈ। ਭੈਣੋ ਭਾਈ, ਸਾਨੂੰ ਬੜੀ ਸੋਚਣ ਦੀ ਲੋੜ ਹੈ, ਗੰਭੀਰਤਾ ਦੀ ਲੋੜ ਹੈ। ਜਿਹੜੇ ਤੁਹਾਨੂੰ ਸਿਖਾ ਰਹੇ ਨੇ ਉਹ ਕਿੱਥੇ ਤੁਹਾਡੀ ਉਸਾਰੀ ਕਰਨ ਦੇ ਨੇ? ਠੀਕ ਫਾਊਂਡੇਸ਼ਨ ਉੱਤੇ, ਨੀਂਹ ਉੱਤੇ ਕਰਨ ਦੇ ਨੇ ਜਾਂ ਬਿਨਾਂ ਨੀਂਹ ਤੋਂ ਕਰਨ ਦੇ ਨੇ? ਆ ਜਾਣਨ ਦੀ ਬੜੀ ਲੋੜ ਹੈ। ਫਿਰ ਪ੍ਰਭੂ ਮੌਕਾ ਦੇਗਾ ਤੇ ਤੁਹਾਡੇ ਕੋਲ ਪ੍ਰਭੂ ਦੇ ਵਚਨਾਂ ਨੂੰ ਲੈ ਕੇ ਹਾਜ਼ਰ ਹੋਵਾਂਗੇ। ਅਸੀਂ ਇਹਨਾਂ ਰਸੂਲਾਂ ਦੇ ਬਾਰੇ ਜਾਣਾਂਗੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਰਸੂਲ ਗਲਤ ਹੈ, ਫਿਰ ਪ੍ਰਭੂ ਨੇ ਕਿਹੜਾ ਸਨਮਾਨ ਇਹਨਾਂ ਨੂੰ ਦਿੱਤਾ ਆ, ਅਸੀਂ ਬਾਅਦ ਵਿੱਚ ਦੇਖਾਂਗੇ। ਪ੍ਰਭੂ ਤੁਹਾਨੂੰ ਬਹੁਤਾਇਤ ਦੀ ਬਰਕਤ ਦੇਵੇ। ਅਗਰ ਤੁਸੀਂ ਖੋਜੀ ਹੋ, ਬਾਈਬਲ 'ਚ ਲਿਖਿਆ, ਜੇ ਤੁਸੀਂ ਮੈਨੂੰ ਢੂੰਡੋਗੇ ਤਾਂ ਪਾ ਲਓਗੇ। ਤੇ ਢੂੰਡਣਾ ਕੀ ਹੈ ਭੈਣੋ ਭਾਈਓ? ਢੂੰਡਣਾ ਉਹ ਹੈ ਜਿਹੜਾ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਗਵਾਚਾ ਕੀ ਹੈ। ਢੂੰਡੋਗੇ ਤਾਂ ਹੀ ਨਾ, ਪਹਿਲਾਂ ਤੁਹਾਨੂੰ ਪਤਾ ਹੋਵੇਗਾ ਗਵਾਚਾ ਕੀ ਹੈ। ਜੇ ਤੁਹਾਡਾ ਅਸਤਿਤਵ ਗਵਾਚ ਗਿਆ ਹੈ, ਉਹ ਪੁਰਾਣੀ ਮੁੱਢਲੀ ਸਿੱਖਿਆ ਗਵਾਚ ਗਈ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਢੂੰਡੀਏ, ਤਾਂ ਹੀ ਉਹ ਸਾਨੂੰ ਲੱਭੇਗਾ। ਸੋ ਪ੍ਰਭੂ ਤੁਹਾਨੂੰ ਬਹੁਤਾਇਤ ਦੀ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ।